ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸਵਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਜੋ ਸਵਈਏ ਹਨ ਤੋ ਪ੍ਰਸਾਦ ਸਵਈਏ, ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਚਾਰਨ ਕੀਤੇ। ਸੋ ਇਹ ਸਵਈਏ ਸਤਿਗੁਰੂ ਮਹਾਰਾਜ ਨੇ ਅਕਾਲ ਉਸਤਤ ਬਾਣੀ ਵਿੱਚ ਦਰਜ ਕੀਤੇ ਨੇ। ਇਹਨਾਂ ਸਵਈਆਂ ਨੂੰ ਸੁਧਾ ਸਵਈਏ, ਅੰਮ੍ਰਿਤ ਸਵਈਏ ਜਾਂ ਤੋ ਪ੍ਰਸਾਦ ਸਵਈਏ ਨਾਵਾਂ ਨਾਲ ਵੀ ਜਾਣਿਆ ਜਾਂਦਾ। ਸੋ ਅੰਮ੍ਰਿਤ ਤਿਆਰ ਕਰਨ ਸਮੇਂ ਜਿਨ੍ਹਾਂ ਪੰਜਾਂ ਬਾਣੀਆਂ ਦਾ ਪਾਠ ਕੀਤਾ ਮਹਾਰਾਜ ਨੇ, ਉਹਨਾਂ ਵਿੱਚ ਇਹ ਸਵਈਏ ਵੀ ਸ਼ਾਮਲ ਨੇ। ਪੰਜ ਬਾਣੀਆਂ ਜਪਜੀ ਸਾਹਿਬ, ਸੋ ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਬੇਨਤੀ ਚੌਪਈ ਅਤੇ ਆਨੰਦ ਸਾਹਿਬ ਪੂਰਾ ਮਹਾਰਾਜ ਨੇ ਬਖਸ਼ਿਸ਼ ਕੀਤਾ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਇਹ ਅੰਮ੍ਰਿਤ ਵੇਲੇ ਦੀ ਜਿਹੜੀ ਜਪਜੀ ਸਾਹਿਬ, ਜਾਪ ਸਾਹਿਬ ਤੋਂ ਬਾਅਦ ਇਹ ਸਵਈਏ ਪੜ੍ਹੇ ਜਾਂਦੇ ਹਨ। ਸੋ ਆਓ ਇਹਨਾਂ ਦੇ ਆਪਾਂ ਮੂਲ ਰੂਪ ਦੇ ਵਿੱਚ ਅਰਥ ਸਰਵਣ ਕਰਦੇ ਹਾਂ, ਤਾਂ ਕਿ ਪੜ੍ਹਨ ਦੇ ਵਿੱਚ ਸਾਨੂੰ ਕੋਈ ਦਿੱਕਤ ਨਾ ਆਵੇ। ਅਤੇ ਇਹ ਬਰਾਗ ਨੂੰ ਪੈਦਾ ਕਰਦੇ ਸਵਈਏ। ਰਾਜਾ ਰਤਨ ਰਾਏ, ਸੋ ਛੋਟੀ ਜਿਹੀ ਉਮਰ ਦਾ ਸੀ ਇਹ, 13-14 ਸਾਲ ਦਾ। ਤੋ ਉਦੋਂ ਚੱਲ ਕੇ ਅਸਾਮ ਤੋਂ ਆਇਆ ਸੀ। ਉਹਨੇ ਕਿਹਾ ਸੀ, ਮਹਾਰਾਜ ਮੈਨੂੰ ਬਖਸ਼ਿਸ਼ ਕਰੋ ਬਾਣੀ ਦੀ। ਮਹਾਰਾਜ ਨੇ ਉਹਨੂੰ ਵੈਰਾਗਮਈ ਇਹ ਸਵਈਏ ਸੁਣਾਏ ਸੀਗੇ, ਜਿਹਦੇ ਨਾਲ ਮਨ ਦੇ ਅੰਦਰ ਵਿਰਾਗ ਪੈਦਾ ਹੋਵੇ। ਉਹ ਸਾਖੀ ਬਹੁਤ ਲੰਬੀ ਹੈ, ਇਤਿਹਾਸ ਵਿੱਚ ਆਉਂਦੀ ਸਾਖੀ, ਜਾਂ ਜਿਹੜੀ ਪਹਿਲਾਂ ਆਪਾਂ ਸਵਈਏ ਭਰੇ ਹੋਏ ਨੇ ਉੱਥੇ ਸਾਰੀ ਸਾਖੀ ਸੁਣਾਈ ਹੋਈ ਹੈ। ਆਓ ਸ਼ਰਵਣ ਕਰਦੇ ਹਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਕੇਵਲ ਇੱਕੋ ਇੱਕ ਹੈ, ਸਭਨਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਪਾਤਸ਼ਾਹੀ ਦਸਵੀਂ। ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਹ ਪਾਵਨ ਬਾਣੀ ਉਚਾਰਨ ਕਰ ਰਹੇ ਨੇ। ਸਵਈਏ ਉਚਾਰੇ ਨੇ, ਪਰ ਪਹਿਲਾਂ ਕੀ ਲਿਖਿਆ? ਤੋ ਪ੍ਰਸਾਦ ਸਵਈਏ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਇਹ ਤੇਰੀ ਕਿਰਪਾ ਨਾਲ ਮੈਂ ਇਹ ਬਾਣੀ ਸਵਈਏ ਉਚਾਰਦਾ ਹਾਂ। ਇਹ ਮਹਾਰਾਜ ਦਾ ਤਕੀਆ ਕਲਾਮ ਹੀ ਹੈ। ਤੋ ਪ੍ਰਸਾਦ ਜਿੱਥੇ ਵੀ ਬਚਨ ਕਰਦੇ ਵੀ ਤੇਰੀ ਕਿਰਪਾ ਨਾਲ ਹੈ ਸਾਰਾ ਕੁਛ। ਵਾਹਿਗੁਰੂ ਜੀ ਸਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਫਰਮਾਉਂਦੇ ਹਨ ਕਿ ਦਸਵੇਂ ਪਾਤਸ਼ਾਹ ਇਹ ਬਚਨ ਸਰਾਵਕ ਹੁੰਦੇ ਸਰੇਵੜੇ, ਬੋਧੀ, ਭਿਕਸ਼ੂ। ਸੋ ਸੁੱਧ ਹੁੰਦੇ ਜਿਹੜੇ ਕਰਮਕਾਂਡੀ ਲੋਕ ਨੇ। ਕਹਿੰਦੇ ਮੈਂ ਸਰੇਵੜਿਆਂ, ਬੋਧੀ, ਭਿਕਸ਼ੂਆਂ, ਕਰਮਕਾਂਡੀਆਂ, ਪੂਰਨ ਸਿੱਧਾਂ ਦੇ ਇਕੱਠਾਂ ਜਾਂ ਟੋਲਿਆਂ, ਜੋਗੀਆਂ ਅਤੇ ਜਤੀਆਂ, ਬ੍ਰਹਮਚਾਰੀਆਂ ਦੇ ਡੇਰਿਆਂ ਵਿੱਚ ਫਿਰ ਫਿਰ ਕੇ ਵੇਖਿਆ ਹੈ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਮੈਂ ਬੜੇ ਬੜੇ ਸੂਰਮਿਆਂ, ਦੈਂਤਾਂ ਅਤੇ ਪਵਿੱਤਰ ਰਹਿਣ ਵਾਲੇ ਦੇਵਤਿਆਂ, ਵਿਵੇਕੀਆਂ ਅਤੇ ਅਨੇਕ ਮੱਤਾਂ ਭਾਵ ਧਰਮਾਂ ਦੇ ਸਮੂਹ ਸੰਤਾਂ ਨੂੰ ਵੇਖਿਆ। ਸਾਰੇ ਹੀ ਦੇਸ਼ ਕੋ ਦੇਖ ਰਹਿਓ ਮਤ, ਕੋ ਨਾ ਦੇਖੀਅਤ ਪ੍ਰਾਨ ਪਤੀ ਕੇ। ਮੈਂ ਸਾਰੇ ਦੇਸ਼ਾਂ ਦੇ ਮੱਤਾਂ ਭਾਵ ਧਰਮਾਂ ਨੂੰ ਬੜੇ ਗਹੁ ਨਾਲ ਵੇਖਿਆ, ਧਿਆਨ ਨਾਲ, ਪਰ ਮੈਨੂੰ ਕੋਈ ਵੀ ਐਸਾ ਧਰਮ ਦਿਖਾਈ ਨਹੀਂ ਦਿੱਤਾ ਜੋ ਪ੍ਰਾਣਾਂ ਦੇ ਮਾਲਕ ਵਾਹਿਗੁਰੂ ਨੂੰ ਮਿਲਣ ਦੀ ਯੁਗਤੀ ਦੱਸੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ। ਸੋ ਇਸ ਤਰ੍ਹਾਂ ਇਹ ਪਾਠ ਰੱਤੀ ਕੇ ਬਾਅਦ 'ਚ ਕਰਨਾ। ਏਕ ਰਤੀ ਬਿਨ ਏਕ ਰੱਤੀ ਕੇ ਕਹਿਣ ਤੋਂ ਭਾਵ ਇੱਕ ਵਾਹਿਗੁਰੂ ਦੀ ਸ਼ਰਧਾ, ਭਾਵਨੀ, ਕਿਰਪਾ ਅਤੇ ਪ੍ਰੇਮ ਤੋਂ ਬਿਨਾਂ ਇਹਨਾਂ ਸਾਰੇ ਮੱਤਾਂ ਦਾ ਮੁੱਲ ਇੱਕ ਰੱਤੀ ਜਿੰਨਾ ਜਾਣੋ। ਭਾਵ ਸਾਰੇ ਧਰਮਾਂ ਦੇ ਕਰਮ ਕਾਂਡ ਪਰਮੇਸ਼ਰ ਨਾਲ ਪਿਆਰ ਕਰਨ ਤੋਂ ਬਗੈਰ ਕਿਸੇ ਮੁੱਲ ਦੇ ਨਹੀਂ। ਰੱਤੀ, ਇੱਕ ਰੱਤੀ ਹੁੰਦਾ ਪ੍ਰੇਮ, ਏਕ ਰੱਤੀ ਬਿਨ ਭਾਵ ਇੱਕ ਪਿਆਰ ਤੋਂ ਬਿਨਾਂ ਇਹਨਾਂ ਦਾ ਮੁੱਲ ਜਿਹੜਾ ਰੱਤੀ ਹੁੰਦਾ ਬਾਅਦ 'ਚ, ਏਕ ਰੱਤੀ ਕੇ ਭਾਵ ਰੱਤੀ ਭਰ ਵੀ ਮੁੱਲ ਦੇ ਨਹੀਂ ਹਨ। ਫਿਰ ਮਾਤੇ ਪਾਠ ਨਹੀਂ ਕਰਨਾ। ਮਾਤੇ, ਮਾਤੇ ਹੁੰਦਾ ਮਸਤ। ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਜੋ ਸੋਨੇ ਦੇ ਗਹਿਣਿਆਂ ਸਾਜੋ ਸਮਾਨ ਨਾਲ ਸ਼ਿੰਗਾਰੇ ਹੋਏ ਅਤੇ ਬੇਮਿਸਾਲ ਉੱਚੇ ਉੱਚੇ ਕੱਦਾਂ ਵਾਲੇ ਸੁੰਦਰ ਮਸਤ ਹਾਥੀ ਹੋਣ। ਸੋ ਮਾਤੇ ਹੁੰਦੇ ਮਸਤ, ਮਤੰਗ ਹੁੰਦੇ ਨੇ ਹਾਥੀ। ਜਰੇ ਜਰ ਸੰਗ, ਜਰੇ ਜੜੇ ਹੋਏ ਨੇ, ਜਰ ਹੁੰਦਾ ਸੋਨੇ ਨਾਲ, ਅਨੂਪ ਹੁੰਦਾ ਉਪਮਾ ਤੋਂ ਰਹਿਤ, ਉਤੰਗ ਜਿਹੜੇ ਹੁੰਦੇ ਨੇ ਬਹੁਤ ਉੱਚੇ ਉੱਚੇ। ਸੋ ਸੁਰੰਗ, ਰੰਗਾਂ ਰੰਗਾਂ ਦੇ ਸਵਾਰੇ ਹੋਏ।
कोट तुरंग कुरंग से कूदत पौन के गौन कौ जात निवारे। ਇਸ ਪ੍ਰਕਾਰ ਫਰਮਾਉਂਦੇ ਨੇ ਜਿਹੜੇ ਕਰੋੜਾਂ ਘੋੜੇ ਹਰਨਾਂ ਵਾਂਗੂ ਕੁੱਦਣ ਵਾਲੇ, ਤੁਰੰਗ ਹੁੰਦੇ ਘੋੜੇ ਤੇ ਕੁਰੰਗ ਹੁੰਦੇ ਹਰਨ, ਸੇ ਕੂਦਤ ਉਹਨਾਂ ਵਾਂਗੂ ਕੁੱਦਣ ਵਾਲੇ, ਤੇ ਇੰਨੇ ਤੇਜ਼ ਚੱਲਣ ਉੱਡਣ ਵਾਲੇ ਹੋਣ, ਚੱਲਣ ਵਾਲੇ ਕਿ ਹਵਾ ਦੀ ਰਫ਼ਤਾਰ ਨੂੰ ਵੀ ਪਿੱਛੇ ਛੱਡ ਜਾਣ। ਪੌਣ ਕੇ ਗਾਉਣ ਕਉ ਜਾਤ ਨਿਵਾਰੇ, ਪੌਣ ਹਵਾ ਦੇ ਗਾਉਣ ਜਿਹੜੀ ਚਾਲ ਹੈ ਉਹਨੂੰ ਵੀ ਪਿੱਛੇ ਛੱਡ ਜਾਣ, ਇੰਨੀ ਤੇਜ਼ ਦੌੜਨ ਵਾਲੇ ਹੋਣ। ਭਾਰੀ ਭੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਸੋ ਫਰਮਾਉਂਦੇ ਨੇ ਜੋ ਬੜੀਆਂ ਬੜੀਆਂ ਬਲਵਾਨ ਬਾਹਾਂ ਵਾਲੇ ਰਾਜੇ, ਭੁਜਾਨ ਤੋਂ ਭਾਵ ਬਾਹਾਂ, ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ, ਆ ਕੇ ਬੜੇ ਸਤਿਕਾਰ ਨਾਲ ਨਮਸਕਾਰਾਂ ਕਰਦੇ ਹੋਣ। ਇੰਨੇ ਵੱਡੇ ਪ੍ਰਤਾਪ ਤੇ ਐਸ਼ਵਰਜ ਵਾਲੇ ਰਾਜੇ ਬਣ ਗਏ ਤਾਂ ਕੀ ਹੋਇਆ? ਅੰਤਮ ਸਮੇਂ ਤਾਂ ਸਾਰੇ ਨੰਗੇ ਪੈਰੀਂ ਤੇ ਖਾਲੀ ਹੱਥੀਂ ਹੀ ਇਸ ਸੰਸਾਰ ਤੋਂ ਤੁਰ ਜਾਂਦੇ ਆ ਨਾ। ਇਸ ਕਰਕੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬਾਹਲੇ ਮਹਿੰਗੇ ਅਰਥ ਨੇ ਉਹਨਾਂ ਦਾ ਧਿਆਨ ਕਰਨਾ ਆਪਾਂ ਨੇ। ਸੋ ਭੁਜਾਨ ਹੁੰਦੀਆਂ ਬਾਹਾਂ, ਭਾਰੀ ਵੱਡੀਆਂ ਬਾਹਾਂ ਵਾਲੇ। ਤੋ ਇਸ ਪ੍ਰਕਾਰ ਅੰਤ ਨੂੰ ਕਹਿੰਦੇ ਉਹ ਸਾਰੇ ਸੰਸਾਰ ਤੋਂ ਨੰਗੇ ਪੈਰੀਂ ਤੁਰ ਗਏ। ਵੱਡੇ ਵੱਡੇ ਮਹਾਨ ਪ੍ਰਤਾਪੀ ਰਾਜੇ ਅਖੀਰ ਨੂੰ ਇਸ ਤਰ੍ਹਾਂ ਹੀ ਸੰਸਾਰ 'ਚੋਂ ਚਲੇ ਗਏ, ਕੋਈ ਚੀਜ਼ ਨਾਲ ਨਹੀਂ ਲੈ ਕੇ ਗਏ। ਇਹ ਵਿਰਾਗ ਪੈਦਾ ਹੁੰਦਾ ਮਨ ਦੇ ਅੰਦਰ। ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਹੁਣ ਜੇ ਕੋਈ ਦੇਸ਼ ਦਸੰਤਰਾਂ ਨੂੰ ਜਿੱਤਦਾ ਫਿਰੇ ਤੇ ਉਹਦੇ ਮਹਿਲਾਂ ਅੱਗੇ ਖੁਸ਼ੀ ਦੇ ਢੋਲ ਹੁੰਦੇ ਨੇ, ਤੇ ਮਰਦੰਗ ਢੋਲ ਦੀ ਸ਼ਕਲ ਦਾ ਹੀ ਹੁੰਦਾ, ਤੇ ਧੌਂਸੇ ਨਗਾਰੇ ਵੱਜਦੇ ਹੋਣ, ਫੇਰ ਕੀ ਹੋ ਗਿਆ? ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਉਹਦੇ ਤਬੇਲਿਆਂ ਵਿੱਚ ਜੇ ਬੜੇ ਬੜੇ ਸੁੰਦਰ ਹਾਥੀਆਂ ਦੇ ਝੁੰਡ ਹੋਣ ਤੇ ਹਜ਼ਾਰਾਂ ਵਧੀਆ ਨਸਲ ਦੇ ਘੋੜੇ ਹਿਣਕਦੇ ਹੋਣ। ਇਸ ਪ੍ਰਕਾਰ ਜਿਹੜੇ ਹਨ ਨਾ, ਗੁੰਜਤ ਹੁੰਦਾ ਗੱਜਦੇ, ਤੇ ਗੂੜ ਗਜਾਨ ਹੁੰਦਾ, ਗੂੜ ਹੁੰਦੇ ਬਹੁਤੇ ਗਜਾਨ ਹਾਥੀ ਹੋਣ ਤੇ ਬੜੇ ਸੁੰਦਰ ਹੋਣ। ਹਿੰਸਤ ਹੀ ਹੈ ਰਾਜ ਹਜ਼ਾਰੇ, ਹਿੰਸ ਤਾਂ ਹਿਣਕਦੇ ਹੋਣ, ਹੈ ਰਾਜ ਸੁੰਦਰ ਘੋੜੇ। ਫੇਰ ਕੀ ਹੋ ਗਿਆ? ਹਜ਼ਾਰਾਂ ਘੋੜੇ ਜੇ ਹਿਣਕਦੇ ਆ। ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ। ਇਹੋ ਜਿਹੇ ਤੇਜ ਪ੍ਰਤਾਪ ਵਾਲੇ ਰਾਜੇ ਬੀਤ ਚੁੱਕੇ ਸਮੇਂ ਵਿੱਚ, ਭੂਤ ਭਾਵ ਪਿੱਛੇ ਬੀਤੇ ਸਮੇਂ 'ਚ ਇੰਨੇ ਹੋ ਚੁੱਕੇ ਹੋਣ ਜਿਨ੍ਹਾਂ ਦੀ ਗਿਣਤੀ ਵੀ ਨਾ ਕੀਤੀ ਜਾ ਸਕੇ, ਅਤੇ ਨਾ ਹੀ ਉਹਨਾਂ ਬਾਰੇ ਕੋਈ ਵਿਚਾਰ ਕੀਤੀ ਜਾ ਸਕੇ। ਵਰਤਮਾਨ ਸਮੇਂ ਵਿੱਚ ਵੀ ਬੇਅੰਤ ਇਹੋ ਜਿਹੇ ਰਾਜੇ ਹੋਣ, ਤੇ ਆਉਣ ਵਾਲੇ ਜ਼ਮਾਨੇ ਵਿੱਚ ਵੀ ਇਹੋ ਜਿਹੇ ਪ੍ਰਤਾਪ ਵਾਲੇ ਰਾਜੇ ਹੋਣ। ਫੇਰ ਕੀ ਹੋ ਗਿਆ? ਕਹਿੰਦੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ। ਅੰਤ ਕੇ ਪਾਠ ਇਕੱਠਾ ਕਰਨਾ। ਅੰਤ ਕੇ ਦਾ ਮਤਲਬ ਹੁੰਦਾ ਹੈ ਕਾਲ ਜਾਂ ਧਰਮ ਰਾਜਾ। ਸੋ ਕਹਿੰਦੇ ਇੰਨਾ ਕੁਛ ਹੋਣਾ ਵੀ ਕੋਈ ਖਾਸ ਗੱਲ ਨਹੀਂ, ਕਿਉਂਕਿ ਮਾਇਆ ਦੇ ਸਵਾਮੀ ਪਰਮੇਸ਼ਰ ਦੇ ਸਿਮਰਨ ਤੋਂ ਜਿਹੜਾ ਹੈ ਨਾ ਬਿਨਾਂ, ਅੰਤ ਸਮੇਂ ਸਾਰੇ ਰਾਜੇ ਮਹਾਰਾਜੇ ਕਾਲ ਦੇ ਘਰ ਭਾਵ ਜੰਮਪੁਰੀ ਨੂੰ ਧਰਮ ਰਾਜੇ ਕੋਲੇ ਚਲੇ ਜਾਂਦੇ। ਹਿਸਾਬ ਕਿਤਾਬ ਤਾਂ ਹਰੇਕ ਨਹੀਂ ਦੇਣਾ। ਉਹਨਾਂ ਦਾ ਸਾਰਾ ਰਾਜ ਭਾਗ ਤੇ ਉਹਨਾਂ ਦਾ ਸਾਜੋ ਸਮਾਨ ਇਹ ਸੰਸਾਰ ਦੇ 'ਚ ਇੱਥੇ ਹੀ ਧਰਿਆ ਧਰਾਇਆ ਹੀ ਰਹਿ ਜਾਂਦਾ, ਕਿਸੇ ਕੰਮ ਨਹੀਂ ਆਉਂਦਾ ਹੈ। ਤਾਂ ਕਿਉਂ ਰਾਜੇ ਨੂੰ ਉਪਦੇਸ਼ ਦਿੱਤਾ ਸੀ ਨਾ, ਰਤਨ ਰਾਏ ਨੂੰ, ਇਸ ਕਰਕੇ ਉਹ ਰਾਜੇ ਵਾਲਾ ਉਪਦੇਸ਼ ਦਿੱਤਾ। ਫਿਰ ਸਾਰਿਆਂ ਨੂੰ ਹੀ ਸਾਂਝਾ ਉਪਦੇਸ਼ ਦਿੱਤਾ। ਜਿੱਦਾਂ ਏਡੇ ਏਡੇ ਚਲੇ ਗਏ ਤਾਂ ਆਪਾਂ ਕਿਹੜੇ ਬਾਗ ਦੀ ਮੂਲੀ ਹੈ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ। ਫਰਮਾਉਂਦੇ ਜੇ ਕੋਈ ਬੰਦਾ ਤੀਰਥਾਂ ਦੇ ਇਸ਼ਨਾਨ ਕਰੇ, ਲੋੜਵੰਦਾਂ ਉੱਤੇ ਤਰਸ ਕਰੇ, ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਸਾਧਨ ਤੇ ਦਾਨ ਪੁੰਨ ਕਰੇ, ਮਨ ਦੀ ਇਕਾਗਰਤਾ ਦੇ ਸਾਧਨ ਤੇ ਅਨੇਕਾਂ ਚੰਗੇ ਵਿਸ਼ੇਸ਼ ਕਰਮ ਤੇ ਨੇਮਾਂ ਦੇ ਕਰਨ ਵਾਲਾ ਹੋਵੇ, ਨਾਮ ਨੂੰ ਛੱਡ ਕੇ। ਨਾਮ ਵਾਲੀ ਗੱਲ ਨਹੀਂ ਕੀਤੀ, ਵੈਸੇ ਹੀ ਕਈ ਧਿਆਨ ਜਿਹਾ ਟਿਕਾਉਣ ਲੱਗ ਜਾਂਦੇ ਬਹਿ ਕੇ, ਉਹਨਾਂ ਦੀ ਗੱਲ ਕਰਦੇ ਹਨ ਮਹਾਰਾਜ। ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਬਾਨ ਕੇ ਪੇਖੈ। ਵੇਦਾਂ ਪੁਰਾਣਾ ਕਤੇਬਾਂ ਤੇ ਕੁਰਾਨ ਆਦਿ ਦਾ ਪਾਠੀ ਹੋਵੇ ਤੇ ਧਰਤੀ ਤੇ ਆਕਾਸ਼ ਦੇ ਸਾਰੇ ਕੌਤਕ ਜਿਹੜਾ ਉਹ ਵੇਖਦਾ ਹੋਵੇ ਆਪਣੀਆਂ ਅੱਖਾਂ ਦੇ ਨਾਲ। ਜ਼ਮੀਨ ਹੁੰਦੀ ਧਰਤੀ, ਜ਼ਮਾਨ ਹੁੰਦਾ ਆਕਾਸ਼, ਪੇਖੈ ਤੋਂ ਭਾਵ ਵੇਖੇ। ਸੋ ਇਸ ਪ੍ਰਕਾਰ
ਫਰਮਾਉਂਦੇ ਹਨ ਪਾਵਨ ਬਚਨ, ਪਾਉਨ ਆਹਾਰ ਜਤੀ ਜਤ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸੋ ਹਵਾ ਦੇ ਆਸਰੇ ਜਿਉਣ ਵਾਲਾ ਹੋਵੇ, ਜਤ ਦੇ ਧਾਰਨ ਵਾਲਾ ਬ੍ਰਹਮਚਾਰੀ ਹੋਵੇ, ਤੇ ਹੋਰ ਹਜ਼ਾਰਾਂ ਸਾਧਨਾਂ ਦੀ ਵਿਚਾਰ ਕਰਦਾ ਹੋਵੇ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ। ਇੰਨਾ ਕੁਝ ਹੋਣ ਤੇ ਵੀ ਜੇ ਉਹ ਰਾਜਾ ਪ੍ਰਭੂ ਦਾ ਸਿਮਰਨ ਨਹੀਂ ਨਾ ਕਰਦਾ, ਤੇ ਉਸ ਅਕਾਲ ਪੁਰਖ ਨਾਲ ਪ੍ਰੇਮ ਨਹੀਂ ਕਰਦਾ, ਤਾਂ ਉਹਦੇ ਕੀਤੇ ਹੋਏ ਸਾਰੇ ਪੁੰਨ ਦਾਨ ਤੇ ਹਰ ਪ੍ਰਕਾਰ ਦੇ ਕਰਮ ਕਿਸੇ ਲੇਖੇ 'ਚ ਨਹੀਂ ਆਉਂਦੇ। ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਸਭ ਕਰਮ ਧਰਮ ਵਿਅਰਥ ਹੀ ਜਾਂਦੇ। ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਸੁਧ ਸਿਪਾਹ ਦੁਰੰਤ ਦੁਬਾਹ, ਸੁਸਾਜ ਸਨਾਹ ਦੁਰਜਾਨ ਦਲੈਂਗੇ। ਉਹ ਜਿਹੜੇ ਸੂਰਮੇ ਹੈ ਜੋ ਫੌਜੀ ਕਰਤੱਬਾਂ ਵਿੱਚ ਪੂਰੇ ਨਿਪੁੰਨ ਹੋਣ, ਮੰਨ ਲਓ ਸ਼ੁੱਧ ਹੁੰਦੇ, ਵਧੀਆ ਪਰਖੇ ਹੋਏ, ਸਿਪਾਹ ਹੁੰਦੇ ਸੈਨਿਕ, ਦੁਰੰਤ ਹੁੰਦੇ ਨੇ ਅਜਿੱਤ ਜਿਹੜੇ ਦੁਬਾਹਾ ਜਿਨ੍ਹਾਂ ਦੀ ਝਾਲ ਨਾ ਝੱਲੀ ਜਾ ਸਕੇ, ਅਜਿੱਤ ਹੋਣ ਤੇ ਜਿਨ੍ਹਾਂ ਦੇ ਹੱਲੇ ਨੂੰ ਕੋਈ ਰੋਕ ਹੀ ਨਾ ਸਕੇ, ਤਾਂ ਜਿਨ੍ਹਾਂ ਦੀ ਝਾਲ ਨੂੰ ਕੋਈ ਝੱਲ ਨਾ ਸਕੇ, ਜੋ ਪੂਰੀ ਤਰ੍ਹਾਂ ਸ਼ਸਤਰਾਂ ਨਾਲ ਸੱਜ ਕੇ, ਸੋ ਜ਼ਿਰਹ ਬਖਤਰ ਪਹਿਨ ਕੇ, ਸੰਜੋ ਪਾ ਕੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਨਾਸ ਕਰ ਦਿੰਦੇ ਨੇ ਆ ਕਰਕੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਸੋ ਇਸ ਤਰ੍ਹਾਂ ਫਰਮਾਉਂਦੇ ਨੇ, ਜਿਨ੍ਹਾਂ ਦੇ ਮਨਾਂ ਵਿੱਚ ਇਹ ਮਾਣ ਹੈ ਕਿ ਭਾਵੇਂ ਪਰਬਤ ਵੀ ਖੰਭ ਲਾ ਕੇ ਆਪਣੇ ਟਿਕਾਣਿਆਂ ਤੋਂ ਉੱਡ ਜਾਣ, ਪਰ ਅਸੀਂ ਰਣ ਭੂਮੀ ਵਿੱਚੋਂ ਪਿੱਛੇ ਨਹੀਂ ਹਟਾਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ। ਜਿਹੜੇ ਯੋਧੇ ਆਪਣੇ ਵੈਰੀਆਂ ਨੂੰ ਪਛਾੜ ਕੇ, ਵੱਡੇ ਵੱਡੇ ਆਕੀਆਂ ਦੀਆਂ ਧੌਣਾਂ ਨੂੰ ਮਰੋੜ ਕੇ ਮਸਤ ਹਾਥੀਆਂ ਦੇ ਮਾਣ ਨੂੰ ਤੋੜ ਸਕਦੇ ਆ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਤੋਰ ਅਰੀਨ, ਤਾਂ ਤੋੜ ਦੇਣ ਅਰੀਨ ਦੁਸ਼ਮਣਾਂ ਨੂੰ, ਤੇ ਮਰੋਰ ਮਵਾਸਨ, ਮਵਾਸਨ ਦੇ ਆਕੀ, ਉਹਨਾਂ ਦੀਆਂ ਧੌਣਾਂ ਮਰੋਰ ਹੁੰਦੀਆਂ, ਮਰੋੜ ਦੇਣ, ਤੇ ਮਾਤੇ ਮਤੰਗਨ, ਮਸਤੇ ਹੋਏ ਜਿਹੜੇ ਹਾਥੀ ਹੈ ਉਹਨਾਂ ਦੇ ਮਾਣ ਨੂੰ ਵੀ ਮਲੈਂਗੇ, ਮਲ ਕੇ ਸੁੱਟ ਦੇਣ। ਫੇਰ ਵੀ ਕੀ ਹੋਊਗਾ? ਕੁਛ ਨਹੀਂ ਹੋਣਾ। ਕਹਿੰਦੇ ਕੀ ਗੱਲ ਜੀ? ਕਹਿੰਦੇ ਕਿਉਂਕਿ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ। ਸੋ ਐਸੇ ਐਸੇ ਮਹਾਨ ਯੋਧੇ, ਸੋ ਸ੍ਰੀ ਜੋ ਲక్ష్ਮੀ ਭਾਵ ਮਾਇਆ ਦਾ ਪਤ ਪਰਮੇਸ਼ਰ ਹਨ, ਸ੍ਰੀ ਭਗਵਾਨ, ਸੋ ਮਾਇਆ ਦੇ ਪਤੀ ਪਰਮਾਤਮਾ ਦੀ ਕਿਰਪਾ ਪ੍ਰਾਪਤ ਕੀਤੇ ਤੋਂ ਬਿਨਾਂ ਅੰਤ ਸਮੇਂ ਸਭ ਕੁਝ ਇੱਥੇ ਹੀ ਛੱਡ ਕੇ ਖਾਲੀ ਹੱਥੀਂ ਚਲੇ ਜਾਂਦੇ। ਭਾਵ ਉਹਨਾਂ ਦੀ ਬਹਾਦਰੀ, ਰਾਜ ਭਾਗ ਦੇ ਹੋਰ ਸਾਜੋ ਸਮਾਨ ਉਹਨਾਂ ਦੇ ਨਾਲ ਨਹੀਂ ਜਾਂਦੇ। ਹੇ ਰਤਨ ਰਾਏ, ਤੂੰ ਵੀ ਬਰਾਗ ਧਾਰਨਾ ਕਰ ਮਨ ਦੇ ਅੰਦਰ। ਵੀਰ ਅਪਾਰ ਵੱਡੇ ਬਰਿਆਰ, ਅਬ ਚਾਰ ਹੈ ਸਾਰ ਕੀ ਧਾਰ ਪਛਈਆ। ਬੜੇ ਬਲਵਾਨ ਯੋਧੇ ਜੋ ਨਿਝੱਕ ਹੋ ਕੇ ਬੜੀ ਬੇਪਰਵਾਹੀ ਨਾਲ ਮੈਦਾਨੇ ਜੰਗ ਵਿੱਚ ਸ਼ਾਸਤਰਾਂ ਦੀਆਂ ਚੋਟਾਂ ਸਹਿ ਸਕਣ। ਵੀਰ ਅਪਾਰ ਬੜੇ ਬਰਿਆਰ ਹੁੰਦੇ ਨੇ, ਬਲਵਾਨ। ਆ ਵਿਚਾਰ ਹੈ ਬੇਪਰਵਾਹ ਹੋ ਕੇ, ਬਿਨਾਂ ਵਿਚਾਰਿਆਂ ਹੀ। ਸੋ ਸਾਰ ਕੀ ਧਾਰ ਪਛਈਆ। ਸਾਰ ਜਿਹੜਾ ਲੋਹਾ, ਉਹਦੇ ਸ਼ਸਤਰ ਨੇ ਜਿਹੜੇ, ਤਲਵਾਰਾਂ ਆਦਿਕ, ਉਹਨਾਂ ਦੀ ਜਿਹੜਾ ਹੈ ਨਾ ਧਾਰਾਂ ਤਿੱਖੀਆਂ, ਪਛਈਆ ਹੁੰਦੇ, ਮੂੰਹ ਦੇ ਉੱਤੇ ਸਹਾਰਨ ਜਾਂ ਸਰੀਰ ਦੇ ਉੱਤੇ ਸਹਾਰਨ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ। ਸੋ ਜੋ ਕਈ ਦੇਸ਼ਾਂ ਨੂੰ ਫਤਿਹ ਕਰ ਲੈਣ ਤੇ ਬੜੇ ਬੜੇ ਆਕੀਆਂ ਨੂੰ ਜਿੱਤ ਕੇ ਆਪਣੇ ਅਧੀਨ ਕਰ ਲੈਣ ਤੇ ਮਸਤ ਹਾਥੀਆਂ ਦੇ ਮਾਣ ਨੂੰ ਵੀ ਤੋੜ ਦੇਣ। ਗਾੜੇ ਗੜਾਨ ਕੇ ਤੋੜਨ ਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ। ਜੋ ਬੜੇ ਬੜੇ ਮਜ਼ਬੂਤ ਕਿਲਿਆਂ ਨੂੰ ਜਿੱਤ ਲੈਣ, ਸਰ ਕਰ ਲੈਣ ਤੇ ਗੱਲਾਂ ਬਾਤਾਂ ਨਾਲ ਸਾਰੀ ਧਰਤੀ ਤੇ ਕਬਜ਼ਾ ਕਰ ਲੈਣ। ਕਹਿਣ ਤੋਂ ਭਾਵ ਵੀ ਸਾਰੀ ਧਰਤੀ ਨੂੰ ਆਪਣੇ ਜਿੱਤ ਕੇ ਅਧੀਨ ਕਰ ਲੈਣਾ, ਉਹਨਾਂ ਵਾਸਤੇ ਕੋਈ ਖਾਸ ਗੱਲ ਨਾ ਹੋਵੇ, ਭਾਵੇਂ ਇੰਨੇ ਤਕੜੇ ਹੋਣ, ਪਰ ਫੇਰ ਵੀ ਸਤਿਗੁਰੂ ਕੀ ਫਰਮਾਉਂਦੇ ਆ? ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਿਵਈਆ। ਸੋ ਇਹੋ ਜਿਹੇ ਬਹਾਦਰ ਯੋਧੇ ਉਸ ਪਰਮਾਤਮਾ ਦੇ ਦਰ ਤੇ ਮੰਗਤਿਆਂ ਵਾਂਗੂ ਮੰਗਾਂ ਮੰਗਦੇ ਨੇ ਖੜ ਕੇ। ਉਹ ਮਾਇਆ ਦਾ ਪਤੀ ਪਰਮਾਤਮਾ ਸਭ ਨੂੰ ਦਾਤਾਂ ਦਿੰਦਾ ਹੈ ਤੇ ਸਭ ਜੀਵਾਂ ਦੇ ਸਿਰ ਤੇ ਸੁਆਮੀ ਹੈ। ਜਿਵੇਂ ਇੱਕ ਜ਼ਿਮੀਂਦਾਰ ਨੂੰ ਕਿਹਾ ਸੀ ਰਾਜੇ ਨੇ, ਆ ਮੇਰੀ ਅੰਗੂਠੀ ਲੈ ਲੈ, ਜਾਂ ਕੋਈ ਕੰਮ ਹੋਇਆ ਆ ਕੇ ਦਿਖਾਈ, ਮਹਿਲਾਂ 'ਚ ਆਉਣ ਦੇਣਗੇ, ਜੋ ਤੈਨੂੰ ਚਾਹੀਦਾ ਦਊਂਗਾ। ਜਦੋਂ ਇੱਕ ਦਿਨ ਜ਼ਿਮੀਂਦਾਰ ਨੂੰ ਲੋੜ ਪਈ, ਲੜਕੀ ਦੀ ਸ਼ਾਦੀ ਕਰਨੀ ਸੀ, ਜਦੋਂ ਅੰਗੂਠੀ ਦਿਖਾਈ, ਅੰਦਰ ਚਲਿਆ ਗਿਆ,
ਅੱਗਿਓਂ ਰਾਜਾ ਨਮਾਜ਼ ਕਰਦਾ ਸੀ ਤਾਂ ਨੂੰ ਹੱਥ ਕਰਕੇ, ਜ਼ਿਮੀਂਦਾਰ ਪਹਿਰੇਦਾਰ ਨੂੰ ਕਹਿੰਦਾ ਇਹ ਕੀ ਕਰਦਾ, ਤਾਹਾਂ ਨੂੰ ਹੱਥ ਕਰਕੇ ਕੀ ਤੋਂ ਮੰਗਦਾ? ਉਹ ਕਹਿੰਦਾ ਇਹ ਖੁਦਾ ਸੇ ਮੰਗ ਰਹਾ ਹੈ। ਕਹਿੰਦਾ ਇਹ ਫਿਰ ਇਹ ਤਾਂ ਆਪ ਵੀ ਮੰਗਤਾ ਹੀ ਆ, ਇਹ ਮੈਨੂੰ ਕਹਿੰਦੇ ਮੇਰੇ ਕੋਲੋਂ ਮੰਗ ਲਈ। ਫਿਰ ਜੀ ਤੋਂ ਇਹ ਮੰਗਦਾ ਉਹ ਤੋਂ ਹੀ ਮੰਗੂਗਾ, ਇੰਨਾ ਕਹਿ ਕੇ ਉਹ ਵਾਪਸ ਮੁੜ ਗਿਆ। ਮਹਾਰਾਜ ਕਹਿੰਦੇ ਸਾਰੇ ਮੰਗਤੇ ਹੀ ਆ, ਅਕਾਲ ਪੁਰਖ ਦੇ ਮੰਗਦੇ ਉਸੇ ਤੋਂ ਹੀ ਆ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਤੇ ਇਸ ਪ੍ਰਕਾਰ ਬਚਨ ਫਰਮਾਉਂਦੇ ਆ ਮਹਾਰਾਜ ਜੀ ਕਿ ਦੈਂਤ ਦੇਵਤੇ ਸ਼ੇਸ਼ ਨਾਗ ਤੇ ਭੂਤ ਪ੍ਰੇਤ ਆਦਿਕ ਬੀਤ ਗਏ ਸਮੇਂ ਵਿੱਚ ਉਹ ਵਾਹਿਗੁਰੂ ਨੂੰ ਜਪਦੇ ਰਹੇ ਨੇ, ਤੇ ਅੱਗੋਂ ਆਉਣ ਵਾਲੇ ਸਮੇਂ ਵਿੱਚ ਵੀ ਜਪਣਗੇ, ਤੇ ਹੁਣ ਵਰਤਮਾਨ ਵਿੱਚ ਵੀ ਜਪ ਰਹੇ ਨੇ ਸਾਰੇ ਜਾਣੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਉਹ ਅਕਾਲ ਪੁਰਖ ਜਲ ਵਿੱਚ ਤੇ ਥਲ ਵਿੱਚ ਜਿੰਨੇ ਵੀ ਜੀਵ ਜੰਤੂ ਆ ਉਹਨਾਂ ਸਾਰਿਆਂ ਨੂੰ ਇੱਕ ਪਲ ਵਿੱਚ ਹੀ ਰਚ ਦਿੰਦਾ ਅਕਾਲ ਪੁਰਖ। ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਪੁੰਨ ਦਾਨ ਆਦਿਕ ਜਿਹੜੇ ਨਾ ਸ਼ੁਭ ਕਰਮਾਂ ਦਾ ਪ੍ਰਤਾਪ ਵਧੇਗਾ ਦੁਨੀਆ ਤੇ ਸਭ ਪਾਸੇ ਜੈ ਜੈਕਾਰ ਦੀ ਧੁਨੀ ਸੁਣਾਈ ਦੇਵੇਗੀ, ਤੇ ਪਾਪਾਂ ਦੇ ਸਮੂਹ ਦਲ ਨਾਸ ਹੋ ਜਾਣਗੇ ਜਦੋਂ ਸਤਜੁਗ ਲੱਗ ਗਿਆ ਆ ਕੇ। ਭਵਿੱਖਤ ਵਾਕ ਕਹੇ ਦਸਵੇਂ ਪਾਤਸ਼ਾਹ ਨੇ ਇਹ, ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸਾਧੂ ਭਲੇ ਪੁਰਸ਼ ਜਿਹੜੇ ਸੰਸਾਰ ਦੀ ਬੜੀ ਪ੍ਰਸੰਨਤਾ ਨਾਲ, ਸੰਸਾਰ ਦੇ ਵਿੱਚ ਬਹੁਤੀ ਪ੍ਰਸੰਨਤਾ ਨਾਲ ਫਿਰਨਗੇ, ਤੇ ਭਲੇ ਪੁਰਸ਼ਾਂ ਦੇ ਜਿਹੜੇ ਦੁਸ਼ਮਣ ਨੇ ਮੰਦੇ ਆਦਮੀ ਉਹਨਾਂ ਨੂੰ ਵੇਖ ਕੇ ਖਿਜਣਗੇ, ਭਾਵ ਆਪੋ ਆਪਣੇ ਆਪ ਨੂੰ ਹੌਲਾ ਪੈਂਦਾ ਦੇਖ ਕੇ ਦੁਖੀ ਹੋਣਗੇ ਵੀ ਹੁਣ ਤਾਂ ਇਹਨਾਂ ਦੀ ਵੀ ਚੱਲਦੀ ਹੈ, ਸਾਡੀ ਚੱਲਦੀ ਨਹੀਂ, ਤੁਹਾਡੀ ਕਿਵੇਂ ਚੱਲੂਗੀ ਦੁਨੀਆ 'ਚ? ਕਿਉਂਕਿ ਬੰਦਗੀ ਘਟ ਗਈ, ਪੁੰਨਦਾਨ ਘਟ ਗਏ, ਪਾਪ ਵਧਾ ਲਏ ਜ਼ਿਆਦਾ। ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤਿਰਲੋਕ ਕੋ ਰਾਜ ਕਰੈਂਗੇ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਵੱਡੇ ਵੱਡੇ ਹਾਥੀਆਂ ਦੇ ਮਾਲਕ ਬਣ ਕੇ ਤਿੰਨਾਂ ਭਾਵ ਸਾਰੀ ਸ੍ਰਿਸ਼ਟੀ ਤੇ ਰਾਜ ਕਰਦੇ ਆ, ਜਿਹੜੇ ਮਾਨਵ ਮਨੁੱਖ ਇੰਦਰ ਤੋਂ ਭਾਵ ਇੰਦਰ ਰਾਜਾ, ਗਜਿੰਦਰ ਵੱਡੇ ਵੱਡੇ ਹਾਥੀ, ਨਰਾਧਪ ਹੁੰਦੇ ਮਨੁੱਖਾਂ ਦੇ ਰਾਜੇ, ਜਿਹੜੇ ਤਿੰਨਾਂ ਲੋਕਾਂ ਦਾ ਰਾਜ ਕਰਦੇ ਨੇ ਜਾਂ ਕਰਦੇ ਆ, ਸੋ ਪਿੱਛੇ ਵੀ ਜਿਨ੍ਹਾਂ ਨੇ ਕੀਤੇ ਨੇ, ਕੋਟ ਇਸਨਾਨ ਗਜਾਦਿਕ ਦਾਨ ਅਨੇਕ ਸਵੰਬਰ ਸਾਜ ਬਰੈਂਗੇ। ਜਿਹੜੇ ਜੀਵ ਕਰੋੜਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ, ਹਾਥੀ ਘੋੜੇ ਤੇ ਗਊਆਂ ਬ੍ਰਾਹਮਣਾਂ ਨੂੰ ਦਾਨ ਕਰਦੇ ਨੇ, ਤੇ ਅਨੇਕਾਂ ਸਵੰਬਰ ਰਚ ਕੇ ਇਸਤਰੀਆਂ ਨੂੰ ਵਰਦੇ ਨੇ, ਵਿਆਹੁੰਦੇ ਨੇ ਉਹਨਾਂ ਨੂੰ। ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਏਡੇ ਵੱਡੇ ਰਾਜਿਆਂ ਤੋਂ ਇਲਾਵਾ ਇਹ ਬ੍ਰਹਮਾ, ਸ਼ਿਵ ਜੀ, ਵਿਸ਼ਨੂੰ ਤੇ ਦੇਵਤਿਆਂ ਦਾ ਰਾਜਾ ਇੰਦਰ ਵੀ ਅੰਤ ਨੂੰ ਇਹਨਾਂ ਨੂੰ ਜਮਾ ਦੀ ਫਾਹੀ ਪੈਂਦੀ ਹੈ, ਉੱਥੇ ਜਾਂਦੇ ਨੇ ਹਿਸਾਬ ਕਿਤਾਬ ਦੇਣ। ਧਰਮ ਰਾਜੇ ਦੇ ਸਾਰਿਆਂ ਨੂੰ ਜਾਣਾ ਪੈਂਦਾ। ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇਹ ਧਰੈਂਗੇ। ਜਿਹੜੇ ਆਦਮੀ ਮਾਇਆ ਦੇ ਪਤੀ ਪ੍ਰਭੂ ਦੇ ਚਰਨਾਂ ਦੀ ਸੇਵਾ ਕਰਦੇ ਆ ਨਾ, ਤੇ ਭਗਤੀ ਮਾਰਗ ਤੇ ਤੁਰਦੇ ਆ, ਉਹ ਜਿਹੜੇ ਮਨੁੱਖ ਨੇ ਮੁੜ ਕੇ ਸਰੀਰ ਨਹੀਂ ਧਾਰਨਗੇ ਦੁਨੀਆ 'ਚ। ਫਿਰ ਉਹਨਾਂ ਨੂੰ ਜੰਮਣਾ ਮਰਨਾ ਕੱਟਿਆ ਜਾਣਾ, ਉਹਨਾਂ ਦਾ ਸਾਰੇ ਮੁਕਤ ਹੋ ਜਾਣਗੇ। ਉਹ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹਿਓ ਬਕ ਧਿਆਨ ਲਗਾਇਓ। ਜੇ ਕੋਈ ਆਦਮੀ ਅੱਖਾਂ ਮੀਚ ਕੇ ਬਗਲੇ ਵਾਂਗੂ ਸਮਾਧੀ ਲਾ ਕੇ ਬੈਠਾ ਰਹੇ ਤਾਂ ਇਹਦਾ ਕੀ ਫਾਇਦਾ? ਕੋਈ ਫਾਇਦਾ ਨਹੀਂ ਹੈ। ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ। ਜੇ ਕੋਈ ਬੰਦਾ ਸੱਤਾਂ ਸਮੁੰਦਰਾਂ ਭਾਵ ਸਾਰੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ, ਉਹਦਾ ਇਹ ਲੋਕ ਜਿਹੜਾ ਵਰਤਮਾਨ ਜੀਵਨ ਹੈ ਤੇ ਉਹ ਵੀ ਵਿਅਰਥ ਜਾਂਦਾ, ਤੇ ਉਹਦਾ ਪਰਲੋਕ ਵੀ ਸੰਵਰਦਾ ਨਹੀਂ। ਭਾਵ ਕਹਿਣ ਤੋਂ ਕਿ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਨਿਰਾ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਮੁਕਤੀ ਨਹੀਂ ਮਿਲਦੀ ਹੈ। ਸੱਤਾਂ ਸਮੁੰਦਰਾਂ ਦਾ ਇਸ਼ਨਾਨ ਵੈਸੇ ਵੱਡਾ ਮੰਨਿਆ, ਬਹੁਤ ਲੋਕੀ ਜਾਂਦੇ ਨੇ ਕਰਨ ਜਿਨ੍ਹਾਂ ਨੂੰ ਹੁੰਦਾ, ਪਰ ਮਹਾਰਾਜ ਕਹਿੰਦੇ ਉਹਦਾ ਗਾਹਾਂ ਨਹੀਂ ਫਾਇਦਾ, ਇੱਥੇ ਇੱਥੇ ਹੀ ਮਾੜੇ ਮੋਟੇ ਕਰਮ ਨੇ ਇਹ। ਜੇ ਅੱਗੇ ਜਾ ਕੇ ਸੁੱਖ ਲੈਣਾ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੇ, ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਮਹਾਰਾਜ ਕਹਿੰਦੇ ਹੁਣ ਵੱਤੈ ਹਰ ਨਾਮ ਨਾ ਬੀਜੀ, ਅੱਗਾ ਭੁੱਖਾ ਕਿਆ ਖਾਏ, ਮਨ ਮੁਖਾਨੋਂ ਫਿਰ ਜਨਮ ਹੈ ਨਾਨਕ ਹਰ ਭਾਏ। ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸੋ ਜਿਹੜੇ ਕਿਸੇ ਵੀ ਜੀਵ ਨੇ ਪ੍ਰਭੂ ਭਗਤੀ ਛੱਡ ਕੇ ਸਿਰਫ ਵਿਸ਼ਿਆਂ ਵਿਕਾਰਾਂ ਵਿੱਚ ਖਚਤ ਹੋ ਕੇ ਆਪਣੀ ਜ਼ਿੰਦਗੀ ਦਾ ਸਮਾਂ ਬਿਤਾਇਆ ਹੈ, ਉਹਨੇ ਵੀ ਸਾਰੀ ਉਮਰ ਐਵੇਂ ਦੀ ਇਉਂ ਹੀ ਨਿਘਾ ਲਈ, ਬਸ ਵਿਸ਼ਿਆਂ ਵਿਕਾਰਾਂ ਵਿੱਚ ਹੀ। ਫਿਰ ਮਹਾਰਾਜ ਕੀ ਕਰਮ ਕਰੀਏ?
ਕਹਿੰਦੇ ਭਾਈ ਅੰਮ੍ਰਿਤ ਛਕਿਆ ਗੁਰੂ ਵਾਲੇ ਬਣੇ ਹੋ, ਪਰਮੇਸ਼ਰ ਦੀ ਪ੍ਰਾਪਤੀ ਕਰੋ, ਕਿਵੇਂ ਹੋਵੇ ਜੀ? ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਹ ਪਿਆਰਿਓ ਗੁਰਸਿੱਖੋ, ਮੈਂ ਸੱਚ ਕਹਿਣਾ, ਇਹ ਸਾਰੀ ਦੁਨੀਆ ਸੁਣੋ, ਮੈਂ ਸੱਚ ਕਹਿਣਾ, ਬੜੇ ਧਿਆਨ ਨਾਲ ਸਾਰੇ ਸੁਣ ਲਓ। ਇਹ ਜਿਹੜੇ ਫੋਕਟ ਕਰਮ ਕਰਨ ਨਾਲ ਜਾਂ ਸੰਸਾਰਕ ਰਸਾਂ ਵਿੱਚ ਮਸਤ ਰਹਿਣ ਨਾਲ ਪਰਮੇਸ਼ਰ ਦੀ, ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਵਾਹਿਗੁਰੂ ਉਹਨੂੰ ਮਿਲਦਾ ਹੈ ਜਿਹਨੇ ਅਕਾਲ ਪੁਰਖ ਨਾਲ ਤੇ ਉਹਦੇ ਸਾਰੇ ਜੀਵਾਂ ਨਾਲ ਪ੍ਰੇਮ ਕੀਤਾ। ਅਸ ਇਹ ਪਹਿਲਾ ਭਾਵ ਹੈ। ਇਹਦਾ ਅੰਤਰੀ ਭਾਵ ਕੀ ਹੈ? ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਹਾਰਾਜ ਕਹਿੰਦੇ ਇੱਥੇ ਵੀ ਜੀਵਾਂ ਨਾਲ ਪਿਆਰ ਕਰੋ, ਉਹਨਾਂ 'ਚ ਪ੍ਰਮਾਤਮਾ ਨੂੰ ਦੇਖ ਕੇ, ਤੇ ਸਾਰੇ ਇਹੋ ਇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਨ੍ਹਾਂ ਨੇ ਪਰਮੇਸ਼ਰ ਦੇ ਵਿੱਚ ਪ੍ਰੇਮ ਲਾਇਆ, ਸੰਸਾਰ ਨੂੰ ਮਿਥਿਆ ਨਿਸ਼ਚੈ ਕਰਕੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ ਵਿੱਚ ਪਿਆਰ ਲਾਇਆ, ਪਰਮੇਸ਼ਰ ਵਿੱਚ ਪ੍ਰੇਮ ਬਣਾਇਆ, ਤਿੰਨਾਂ ਲੋਕਾਂ ਵਿੱਚ ਉਹਨੂੰ ਵਿਆਪਕ ਜਾਣਿਆ, ਉਹਨੇ ਉਹਦੀ ਪ੍ਰਾਪਤੀ ਕੀਤੀ ਹੈ। ਕਿਉਂਕਿ ਸਾਰੇ ਜੀਵਾਂ ਵਿੱਚ ਵੀ ਉਹ ਆਪ ਬੈਠਾ ਵਾਹਿਗੁਰੂ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਾਹੂ ਹੁੰਦਾ ਕਿਸੇ ਆਦਮੀ ਨੇ ਕੀ ਕੀਤਾ, ਕਿਸੇ ਮਨੁੱਖ ਨੇ ਤਾਂ ਕਹਿੰਦੇ ਪੱਥਰ ਦਾ ਬਣਿਆ ਸਾਲਗ੍ਰਾਮ ਲੈ ਕੇ ਉਹਦੀ ਪੂਜਾ ਕਰਕੇ ਉਹਨੂੰ ਸਿਰ ਤੇ ਧਾਰਨਾ ਕੀਤਾ। ਭਾਵ ਉਹ ਪੱਥਰ ਨੂੰ ਆਪਣਾ ਇਸ਼ਟ ਬਣਾਇਆ ਹੋਇਆ, ਉਹਨੂੰ ਮੱਥੇ ਟੇਕੀ ਜਾਂਦਾ। ਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਆਪਣੇ ਗਲ ਦੇ ਵਿੱਚ ਲਟਕਾਇਆ ਹੋਇਆ, ਤਾਂ ਉਹ ਸ਼ਿਵਲਿੰਗ ਦੀ ਪੂਜਾ ਹੀ ਕਰੀ ਜਾਂਦਾ ਸਾਰਾ ਦਿਨ। ਕਾਹੂ ਲਖਿਓ ਹਰ ਆਵਾਚੀ ਦਿਸ਼ਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਇਓ। ਕਿਸੇ ਜੀਵ ਨੇ ਪ੍ਰਮਾਤਮਾ ਨੂੰ ਦੱਖਣ ਦਿਸ਼ਾ ਵੱਲ ਹੀ ਵਸਦਾ ਜਾਣਿਆ, ਕਿਉਂਕਿ ਦੱਖਣ ਦਿਸ਼ਾ ਵੱਲ ਸ਼੍ਰੀ ਕ੍ਰਿਸ਼ਨ ਜੀ ਦੇ ਨਿਵਾਸ ਦਾ ਸਥਾਨ ਦੁਆਰਕਾ ਨਗਰੀ ਹੈ, ਇਸ ਲਈ ਉਹ ਪ੍ਰਭੂ ਦਾ ਨਿਵਾਸ ਇਸੇ ਦਿਸ਼ਾ ਵੱਲ ਮੰਨਦਾ ਹੈ। ਕਿਸੇ ਮੁਸਲਮਾਨਾਂ ਨੇ ਖੁਦਾ ਦਾ ਨਿਵਾਸ ਪੱਛਮ ਦਿਸ਼ਾ ਵੱਲ ਬਣੇ ਕਾਬੇ ਵਿੱਚ ਮੰਨਿਆ, ਤੇ ਉਹ ਪੱਛਮ ਵੱਲ ਹੀ ਸਜਦਾ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਆਪੋ ਆਪਣਾ ਖਿਆਲ ਹੈ, ਸਾਰੇ ਕੋਈ ਕਿਤੇ ਮੰਗਦਾ ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲ੍ਹਾ ਮੁਕਾਮਾ। ਇਸ ਪ੍ਰਕਾਰ ਕਹਿੰਦੇ ਨੇ ਉਹ ਫਿਰ ਜੇ ਰੱਬ ਨੂੰ ਐਂ ਹੀ ਮੰਨਣਾ ਸੀ ਦੋ ਦਿਸ਼ਾ 'ਚ, ਬਾਕੀ ਦਿਸ਼ਾ ਫਿਰ ਖਾਲੀ ਹੋਈਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਕਉ ਬੁਤਾਨ ਕਉ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ। ਮਹਾਰਾਜ ਫਰਮਾਉਂਦੇ ਕੋਈ ਤਾਂ ਪਸ਼ੂ ਬਿਰਤੀ ਮੂਰਖ ਆਦਮੀ ਪੱਥਰ ਦੀਆਂ ਬਣੀਆਂ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਦਾ, ਤੇ ਕੋਈ ਮਰ ਚੁੱਕੇ ਪੀਰਾਂ ਫਕੀਰਾਂ ਦੀਆਂ ਕਬਰਾਂ ਤੇ ਮੜੀਆਂ ਨੂੰ ਪੂਜਣ ਲਈ ਭੱਜਿਆ ਫਿਰਦਾ। ਜਿਵੇਂ ਬਹਾਦਰ ਸ਼ਾਹ ਨੇ 10ਵੇਂ ਪਾਤਸ਼ਾਹ ਨੂੰ ਹਜ਼ੂਰ ਸਾਹਿਬ ਕਿਹਾ ਸੀ, ਕਹਿੰਦੇ ਜੀ ਹਿੰਦੂ ਤਾਂ ਐਵੇਂ ਮੂਰਤੀਆਂ ਪੱਥਰਾਂ ਨੂੰ ਪੂਜੀ ਜਾਂਦੇ ਆ। ਮਹਾਰਾਜ ਕਹਿੰਦੇ ਬਸ ਉਹ ਖੜਿਆਂ ਨੂੰ ਪੂਜਦੇ ਆ, ਤੁਸੀਂ ਲੰਮੇ ਪਾ ਕੇ ਪੂਜ ਲੈਂਦੇ ਹੋ, ਕਬਰਾਂ ਉੱਤੇ ਪੱਥਰ ਲਾ ਕੇ ਸੋਹਣਾ, ਗੱਲ ਤਾਂ ਇੱਕੋ ਹੀ ਹੈ। ਸੋ ਇਸ ਕਰਕੇ ਅੱਲਾ ਦੀ ਖੁਦਾ ਦੀ ਬੰਦਗੀ ਤਾਂ ਕੋਈ ਕੋਈ ਕਰਦਾ, ਰਾਮ ਰਾਮ ਤਾਂ ਕੋਈ ਜਪਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸੋ ਮਹਾਰਾਜ ਫਰਮਾਉਂਦੇ ਇਸ ਤਰ੍ਹਾਂ ਸਾਰਾ ਸੰਸਾਰ ਹੀ ਝੂਠਿਆਂ ਰਸਮਾਂ ਤੇ ਕਿਰਿਆ ਕਰਮਾਂ ਵਿੱਚ ਰੁੱਝਿਆ ਹੋਇਆ ਹੈ। ਇਹ ਜਗਤ ਦੇ ਕਾਰਨਹਾਰ ਵਾਹਿਗੁਰੂ ਦਾ ਭੇਦ ਅਜੇ ਤੱਕ ਕਿਸੇ ਨੇ ਪਾਇਆ ਨਹੀਂ। ਕਹਿਣ ਦਾ ਭਾਵ ਕੁੱਲ ਸਵਈਆਂ ਦਾ ਕਿ ਪਰਮੇਸ਼ਰ ਦੀ ਭਗਤੀ ਤੇ ਸ਼ੁਭ ਕਰਮਾਂ ਨੂੰ ਤਿਆਗ ਕੇ ਸੰਸਾਰ ਦੇ ਸਾਰੇ ਲੋਕ ਫੋਕਟ ਕਰਮਾਂ 'ਚ ਰੁੱਝੇ ਹੋਏ ਨੇ, ਤੇ ਅਸਲ ਤੱਤ ਵਸਤੂ ਗਿਆਨ ਦੀ ਸੋਝੀ ਕਿਸੇ ਨੂੰ ਨਹੀਂ ਹੋਈ। ਸਾਰਾ ਜਗਤ ਅਗਿਆਨ ਦੀ ਨੀਂਦ ਵਿੱਚ ਸੁੱਤਾ ਹੋਇਆ, ਕੋਈ ਵਿਰਲਾ ਹੀ ਜਾਗਦਾ। ਜਿਹਨੂੰ ਅਸਲ ਵਸਤੂ ਦਾ ਗਿਆਨ ਹੋ ਜਾਂਦਾ, ਉਹ ਫਿਰ ਵਾਧੂ ਕਰਮਾਂ ਵਿੱਚ ਆਪਣਾ ਟਾਈਮ ਬਰਬਾਦ ਨਹੀਂ ਕਰਦਾ, ਸਗੋਂ ਵਾਹਿਗੁਰੂ ਦੇ ਤੇ ਪਰਮੇਸ਼ਰ ਦੀ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਹੈ ਨਾ, ਤੇ ਜੀਵਾਂ ਨਾਲ ਪਿਆਰ ਕਰਕੇ ਅਕਾਲ ਪੁਰਖ ਦੀ ਸੱਚੀ ਦਰਗਾਹ ਵਿੱਚ ਨਿਵਾਸ ਕਰਦਾ। ਪਰਮੇਸ਼ਰ ਪ੍ਰਤੀ ਆਪਣਾ ਪ੍ਰੇਮ ਪੈਦਾ ਕਰਕੇ ਉਹ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਤੇ ਜੀਵਪੁਣਾ ਮਿਟਾ ਕੇ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਪ੍ਰਮਾਤਮਾ 'ਚ ਲੀਨ ਹੁੰਦਾ। ਇਉਂ ਸਵਈਆਂ 'ਚ ਮਹਾਰਾਜ ਨੇ ਇਹ ਵਿਰਾਗ ਦਿੱਤਾ ਆਪਾਂ ਨੂੰ ਕਿ ਭਾਈ ਵਿਰਾਗ ਧਾਰਨ ਕਰਕੇ ਰੱਖੋ। ਕਿੰਨੇ ਕਿੰਨੇ ਵੱਡੇ ਹੋ ਕੇ ਗਏ, ਸਾਰੇ ਤੇ ਭਏ ਤੋਂ ਕਹਾਂ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅਖੀਰ ਨੂੰ ਨੰਗੇ ਪੈਰੀਂ ਚਲੇ ਜਾਂਦੇ ਨੇ। ਕੋਈ ਮਹਾਂਪੁਰਖ ਸੀਗੇ ਬੜੇ ਬਜ਼ੁਰਗ, ਉਹ ਕਹਿੰਦੇ ਮੈਨੂੰ 10ਵੇਂ ਪਾਤਸ਼ਾਹ ਦਰਸ਼ਨਾਂ ਦੀ ਇੱਛਾ ਹੋਈ। ਕਹਿੰਦੇ ਵੀ ਮੈਂ ਨਾ 101 ਵਾਰੀ ਰੋਜ਼ ਮੈਂ 40 ਦਿਨ ਤੱਕ ਦੇਗ ਬਣਾ ਕੇ ਜੱਤ ਸੱਤ ਰੱਖ ਕੇ ਐਨ ਅੰਦਰ ਹੀ ਰਿਹਾ। 101 ਸਵਈਏ ਰੋਜ਼ ਕਰਦੇ ਸੀ। ਕਹਿੰਦੇ 40ਵੇਂ ਦਿਨ ਕਹਿੰਦੇ 10ਵੇਂ ਪਾਤਸ਼ਾਹ ਮਹਾਰਾਜ ਮੈਨੂੰ ਦਰਸ਼ਨ ਬਖਸ਼ੇ। ਫਿਰ ਕਹਿੰਦੇ ਨਿਹਾਲ ਕੀਤਾ ਗੁਰਾਂ ਨੇ। ਔਰ ਜਿਹੜਾ 10ਵੇਂ ਪਾਤਸ਼ਾਹ ਦੀ ਬਾਣੀ ਨਾਲ ਪਿਆਰ ਕਰਦਾ, ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਇਹੀ ਕਿਹਾ ਸੀ 10ਵੇਂ ਪਾਤਸ਼ਾਹ ਨੇ, ਹਰਨਾਮ ਸਿੰਘ ਤੂੰ ਜਾਪ ਸਾਹਿਬ ਦਾ ਪਾਠ ਨਹੀਂ ਕਰਦਾ,
ਸਾਡੇ ਨਾਲ ਬਚਨ ਕਰਨਿਆ ਜਾਪ ਸਾਹਿਬ ਕਰਿਆ ਕਰ। ਬੇਨਤੀ ਚੌਪਈ 10ਵੇਂ ਪਾਤਸ਼ਾਹ ਨੇ ਆਪ ਉਚਾਰੀ ਤੇ ਫਿਰ ਪੜ੍ਹਨ ਦਾ ਹੁਕਮ ਕੀਤਾ। ਇਸ ਤਰ੍ਹਾਂ ਮਹਾਰਾਜ ਨੇ ਪਾਵਨ ਬਾਣੀ ਸਵਈਏ ਬਖਸ਼ਿਸ਼ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ